ਸਿਫਾਰਸ਼ਾਂ ਸਬ ਕਮੇਟੀ ਵੱਲੋਂ ਜਿਸ ਤਰ੍ਹਾਂ ਸਬ ਕਮੇਟੀ ਦੀ ਆਈ ਹੈ ਕਿ ਉਹ ਸਿਫਾਰਸ਼ਾਂ ਤਿਆਰ ਨੇ ਤੇ ਉਹਦੀ ਤਰੀਕ ਮਿਥੀ ਜਾਵੇ। ਉਹਦੀ ਤਰੀਕ ਮਿਥੀ ਹੈ 30 ਮਾਰਚ। 30 ਮਾਰਚ ਨੂੰ ਬਜਟ ਦਾ ਇਜਲਾਸ ਹੋਏਗਾ। ਉਸ ਤੋਂ ਪਹਿਲਾਂ ਬਜਟ ਦੀ ਕਾਪੀ ਜਿਹੜੀ ਹੈ ਸਾਰੇ ਮੈਂਬਰਾਂ ਨੂੰ ਭੇਜ ਦਿੱਤੀ ਜਾਏਗੀ ਔਰ ਸਾਰੇ ਬਜਟ ਦੇ ਇਜਲਾਸ ਦੇ ਜਿਹੜੇ ਬਜਟ ਕਾਪੀ ਜਾਵੇ ਸਾਰੇ ਮੈਂਬਰਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹ ਬਜਟ ਤੋਂ ਇੱਕ ਦਿਨ ਪਹਿਲਾਂ ਆਪਣੀਆਂ ਲਿਖਤੀ ਜਿਹੜੀਆਂ ਸਿਫਾਰਸ਼ਾਂ ਹੋਣ, ਕੋਈ ਸੋਧ ਕਰਨ ਵਾਲੀ ਹੋਵੇ, ਉਹ ਉੱਥੇ ਭੇਜਣ ਤਾਂ ਜੋ ਉਹਨਾਂ ਦੇ ਉੱਤੇ ਗੌਰ ਕੀਤੀ ਜਾ ਸਕੇ। ਘੱਟ ਤੋਂ ਘੱਟ ਇੱਕ ਦਿਨ ਪਹਿਲਾਂ, 1 ਜਾਂ 2 ਦਿਨ ਮਤਲਬ ਪਹਿਲਾਂ ਸਾਨੂੰ ਸਿਫਾਰਸ਼ਾਂ ਕਰਕੇ ਵੀ ਜੇ ਕਿਤੇ ਕੋਈ ਕਮੀ ਹੈ, ਕਿਤੇ ਕੋਈ ਸੋਧ ਕਰਨੀ ਪੈ ਜੇ ਤਾਂ ਉਹ ਬਜਟ ਦੀ ਕਾਪੀ ਨੂੰ ਪੜ੍ਹ ਕੇ ਤੇ ਉਹਦੇ ਵਿੱਚ ਸਾਡੀ ਸਿਫਾਰਸ਼ ਸਾਨੂੰ ਜ਼ਰੂਰ ਕਰਨ ਤਾਂ ਜੋ ਅਸੀਂ ਉਹਦੇ 'ਤੇ ਗੌਰ ਕਰ ਸਕੀਏ। ਸੈਕੰਡਲੀ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਉਹਦੇ 'ਚ ਪਾਸ ਕੀਤਾ ਕਿ ਸਾਡੇ ਬੜੇ ਲੰਬੇ ਸਮੇਂ ਤੋਂ ਉੱਥੇ ਟੈਂਟ ਲੱਗੇ ਹੋਏ ਹੈ। ਉਹ ਟੈਂਟਾਂ ਦਾ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਉਹ ਗਰਮੀ ਦਾ ਵੀ ਆ ਗਿਆ, ਉੱਥੇ ਪੱਖੇ ਵੀ ਲਾਉਣੇ ਪੈਣੇ ਹੈ, ਪਤਾ ਨਹੀਂ ਕਿੰਨਾ ਲੰਬਾ ਇਹ ਸੰਘਰਸ਼ ਚੱਲਣਾ। ਉਹਦੇ ਕਰਕੇ ਟੀਨਾਂ ਦੇ ਜਿਹੜੇ ਹੈ ਉਹ ਟੈਂਟ ਪਾ ਦਿੱਤੇ ਜਾਣ, ਉਹ ਵੀ ਸ਼ੈੱਡ ਜਿਹੜੇ ਹੈ ਉਹ ਟੀਨ ਦੇ ਪਾ ਦਿੱਤੇ ਜਾਣ ਤਾਂ ਜੋ ਇਹ ਸਹੂਲਤ ਜਿਹੜੀ ਹੈ ਸਾਰਿਆਂ ਵਾਸਤੇ ਸੌਖੀ ਹੋ ਸਕੇ। ਤੀਸਰਾ, ਹਰਿਆਵਲ ਨੂੰ ਵੇਖਦਿਆਂ ਵਾਤਾਵਰਨ ਨੂੰ ਹਰਿਆਵਲ ਕੀਤੀ ਜਾਵੇ। ਉਹਦੇ ਵਾਸਤੇ ਵੱਖ-ਵੱਖ ਥਾਵਾਂ 'ਤੇ ਵੱਧ ਤੋਂ ਵੱਧ ਪੌਦੇ ਜਿਹੜੇ, ਕਿਉਂਕਿ ਬਸੰਤ ਦੀ ਬਹਾਰ ਜਿਹਦਾ ਚੱਲ ਪਈ ਹੈ ਤੇ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਪੌਦੇ, ਭਾਵੇਂ ਉਹ ਲੱਖਾਂ ਦੀ ਗਿਣਤੀ 'ਚ ਹੋਣ, ਭਾਵੇਂ ਉਹ ਕਿੰਨੀ ਗਿਣਤੀ 'ਚ ਆ ਜਾਏ, ਤੇ ਉਹਦੇ ਵੱਧ ਤੋਂ ਵੱਧ ਆਪਣੀਆਂ ਜ਼ਮੀਨਾਂ ਵਿੱਚ ਵੀ ਤੇ ਜਿੱਥੇ ਵੀ ਕਿਤੇ ਲੋੜ ਮਹਿਸੂਸ ਹੁੰਦੀ ਹੋਵੇ ਉਹ ਲਾਏ ਜਾਣ। ਚੌਥੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਸ ਦਾ ਪਹਿਲੇ ਐਲਾਨ ਕਰ ਚੁੱਕੇ ਹਾਂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹਨੂੰ ਚੜ੍ਹਦੀ ਕਲਾ ਨਾਲ ਬਣਾਉਣ ਵਾਸਤੇ ਜਿੱਥੇ ਪਹਿਲਾਂ 2 ਮੀਟਿੰਗਾਂ ਮੈਂ ਮੈਂਬਰਸ ਦੀਆਂ ਰੱਖੀਆਂ ਨੇ, ਇੱਕ 11 ਤਰੀਕ ਨੂੰ, ਇੱਕ 13 ਤਰੀਕ ਨੂੰ। 11 ਤਰੀਕ ਨੂੰ ਸਾਰਾ ਜਿਹੜਾ ਜ਼ਿਲ੍ਹੇ ਪੈਂਦੇ ਹੈ, ਮਾਝਾ ਜ਼ੋਨ ਦੇ, ਦੁਆਬਾ ਜ਼ੋਨ ਦੇ, ਇਹ ਸਾਰੇ ਮੈਂਬਰ ਸਾਹਿਬਾਨ। 13 ਤਰੀਕ ਨੂੰ ਜਿੰਨਾ ਵੀ ਉਹ ਮਾਲਵੇ ਦੇ ਮੈਂਬਰ ਪੈਂਦੇ ਆ ਉਸ ਸਾਈਡ ਦੇ ਉੱਤੇ, ਉਹ ਸਾਰਿਆਂ ਨੂੰ ਪਟਿਆਲਾ ਵਿੱਚ ਕੀਤੀ ਜਾਊਗੀ। ਇੱਕ ਹੈਗਾ ਕਿ ਅੱਜ ਸਾਡੇ ਕੋਲ ਹਰਿਆਣੇ ਦੇ ਮੈਂਬਰ ਪਹੁੰਚ ਚੁੱਕੇ ਆ, ਉਹਨਾਂ ਦੀ ਮੀਟਿੰਗ ਅੱਜ ਹੋਏਗੀ। ਇਹਦੇ ਵਿੱਚ ਸਾਡੀ ਵਿੱਤੀ ਪੋਜੀਸ਼ਨ ਕੀ ਹੈ ਉਹ ਵੀ ਡਿਸਕਸ ਕੀਤੀ ਜਾਊਗੀ। ਸਾਡੀਆਂ ਦਰਪੇਸ਼ ਮੁਸ਼ਕਲਾਂ ਕੀ ਹੈ ਉਹ ਵੀ ਮੈਂਬਰਾਂ ਨਾਲ ਡਿਸਕਸ ਕੀਤੀਆਂ ਜਾਣਗੀਆਂ। ਆਉਣ ਵਾਲੇ ਬਜਟ ਵਿੱਚ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੀ ਹੋ ਸਕਦਾ ਹੈ, ਉਹ ਵੀ ਕੀਤਾ ਜਾਏਗਾ। ਪਿਛਲੇ ਸਮੇਂ 'ਚ ਅਸੀਂ ਸਾਲ ਪੂਰਾ ਕਿਹੜੀਆਂ ਚੁਣੌਤੀਆਂ 'ਚ ਨਿਕਲੇ ਹੈ, ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਕੀ ਹੱਲ ਕਰਨੇ ਆ, ਉਹ ਵੀ ਅਸੀਂ ਮੈਂਬਰਾਂ ਦੇ ਨਾਲ ਸਾਰਾ ਡਿਸਕਸ ਕਰਾਂਗੇ। ਕਿਉਂਕਿ ਮੈਂਬਰਸ ਸਾਡੀ ਰੀੜ੍ਹ ਦੀ ਹੱਡੀ ਹੈ। ਮੈਂਬਰਸ ਨੇ ਲੋਕਾਂ ਦੇ ਵਿੱਚੋਂ ਫੀਡਬੈਕ ਲੈਣੀ ਹੁੰਦੀ ਹੈ ਕਿ ਕਿਹੜੀ ਗੱਲ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਹੈ ਉਹ ਚੰਗੀ ਰਹੇਗੀ ਤਾਂ ਜੋ ਬਜਟ ਦੇ ਸਮੇਂ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰ ਸਕੀਏ। ਸੋ ਇਸ ਕਰਕੇ ਬਜਟ ਤੋਂ ਪਹਿਲਾਂ ਮੈਂ ਮੈਂਬਰਸ ਦੀ ਵੱਖ-ਵੱਖ ਮੀਟਿੰਗ ਕਰਨੀ ਜਿਹੜੀ ਉਹ ਯੋਗ ਸਮਝੀ ਹੈ ਕਿ ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਹੋਣਗੀਆਂ ਵਿਚਾਰਾਂ, ਜਿਹੜੀਆਂ ਸੋਧਾਂ, ਜਿਹੜੇ ਕੋਈ ਸੁਝਾਅ ਤੇ ਜਾਂ ਸਾਡੀਆਂ ਜਿਹੜੀਆਂ ਮੁਸ਼ਕਲਾਂ ਨੇ, ਕਈ ਵਾਰੀ ਪਤਾ ਨਹੀਂ ਹੁੰਦਾ ਮੈਂਬਰਸ ਨੂੰ ਵੀ ਕਿ ਸਾਡੇ ਕੀ ਸੋਰਸਸ ਨੇ, ਸਾਡੀ ਆਮਦਨ ਕਿਸ ਤਰ੍ਹਾਂ ਚੱਲ ਰਹੀ ਹੈ, ਸਾਡੇ ਗੁਰਦੁਆਰੇ ਇਸ ਵੇਲੇ ਕਿੱਥੇ ਖੜੇ ਹੈ, ਸਾਡੇ ਕਾਲਜਸ, ਸਾਡੇ ਸਕੂਲ ਜਿਹੜੇ ਆ ਉਹ ਕਿੱਥੇ ਖੜੇ ਹੈ। ਅਸੀਂ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਮਤਲਬ ਵਿੱਤੀ ਸੰਕਟ ਵਿੱਚ ਫਸੇ ਜਿਹੜੇ ਹੈ ਉਹ ਗੁਰੂ ਰਾਮਦਾਸ ਜੀ ਦੇ ਅਸਥਾਨ ਤੋਂ ਹੀ ਪੂਰੇ ਕੀਤੇ ਜਾਂਦੇ ਹੈ। ਸੋ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ ਤੇ ਕਿੱਦਾਂ ਕਰ ਸਕਦੇ ਹਾਂ, ਉਹ ਵੀ ਸਾਰੀਆਂ ਡਿਸਕਸ ਕੀਤੀਆਂ ਜਾਣਗੀਆਂ। ਇੱਕ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਜਿਹੜਾ ਉੱਚਾ ਚੁੱਕਿਆ ਜਾਵੇ, ਉਹਦੇ ਸੰਬੰਧ ਵਿੱਚ ਵਿਚਾਰਾ ਕਰਾਂਗੇ ਕਿ ਜਿਹੜੇ ਕਾਲਜਾਂ ਦੇ ਵਿੱਚ ਸਾਡੀ ਕੋਈ ਕਮੀ ਨਜ਼ਰ ਆਉਂਦੀ ਹੈ, ਸਕੂਲਾਂ 'ਚ ਕਮੀ ਆਉਂਦੀ ਹੈ, ਉਹਦੇ ਸੁਧਾਰ ਕਰਨ ਵਾਸਤੇ ਕੋਈ ਸਬ ਕਮੇਟੀ ਅਰਥ ਸ਼ਾਸਤਰੀ ਨਾਲ ਲੈ ਕੇ ਕਿ ਸਾਡਾ ਵਿੱਤੀ ਜਿਹੜਾ ਸੰਕਟ ਹੈ, ਜਾਂ ਦੇਖੋ ਇੱਕ ਗੱਲ ਤੇ ਮੰਨ ਕੇ ਚੱਲਣਾ ਪਏਗਾ ਕਿ ਸਾਰੇ ਦੇਸ਼ ਵਿੱਚ ਹੀ, ਸਾਰੇ ਸੰਸਾਰ 'ਚ ਹੀ ਵਿੱਤੀ ਸੰਕਟ ਚੱਲ ਰਿਹਾ ਤੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੰਗਤਾਂ 'ਤੇ ਡਿਪੈਂਡ ਕਰਦੀ ਹੈ। ਸੰਗਤਾਂ 'ਤੇ ਜੇ ਸੰਗਤ ਖੁਸ਼ਹਾਲ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਖੁਸ਼ਹਾਲੀ ਪ੍ਰਾਪਤ ਕਰ ਲੇਗੀ। ਜੇ ਸੰਗਤ ਹੀ ਵਿੱਤੀ ਸੰਕਟ ਵਿੱਚ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਆਟੋਮੈਟਿਕਲੀ ਡਿਪੈਂਡ ਕਰਦੇ ਆ ਸੰਗਤਾਂ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਨੂੰ ਡਿਸਕਸ ਕੀਤਾ ਜਾਏਗਾ। ਤੇ ਇੱਕ ਜਿਹੜਾ ਖਾਲਸਾ ਮਾਰਚ ਕਹਿ ਲਓ, ਨਗਰ ਕੀਰਤਨ ਕਹਿ ਲਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ 15 ਮਾਰਚ ਨੂੰ ਇੱਥੋਂ
ਨਗਰ ਕੀਰਤਨ ਸ਼ੁਰੂ ਕੀਤਾ ਜਾਏਗਾ, ਜਿਹੜਾ ਕਿ ਗੁਰੂ ਕੇ ਮਹਿਲ ਤੋਂ ਫਿਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੋੜ ਕੇ ਗੁਰੂ ਕੇ ਮਹਿਲ ਤੋਂ ਸ਼ੁਰੂ ਕਰਕੇ ਪਹੁੰਚੇਗਾ ਦਿੱਲੀ। ਕਿਉਂਕਿ ਇੱਕ ਤੇ ਪਤਾ ਨਹੀਂ ਕਿਹੜੇ ਕੋਵਿਡ ਕਰਕੇ ਕਿਹੜੇ ਆ ਜਾਣੇ, ਸਾਨੂੰ ਹਦਾਇਤਾਂ ਆ ਜਾਣੀਆਂ, ਕਿੱਧਰ ਨੂੰ ਸਮਾਂ ਚੱਲ ਪੈਣਾ। ਉਹ ਸਾਰੇ ਨੂੰ ਮੁੱਖ ਰੱਖ ਕੇ ਅਸੀਂ ਫਿਰ ਇਹ ਮਹਿਸੂਸ ਕੀਤਾ ਕਿ ਕਮ ਸੇ ਕਮ ਇੱਕ ਤੇ ਉਹਨਾਂ ਦੀ ਯਾਤਰਾ ਦੇ ਉੱਤੇ ਅਸੀਂ ਸੰਗਤ ਨੂੰ ਆਵਾਜ਼ ਦੇ ਕੇ ਕਹੀਏ ਕਿ ਆਓ ਸਾਰੇ 1 ਮਈ ਨੂੰ ਇੱਥੇ ਪਹੁੰਚੋ। ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ, ਸਾਰੇ ਸ੍ਰੀ ਦਰਬਾਰ ਸਾਹਿਬ ਪਹੁੰਚੋ, ਸਾਰੇ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੋ। ਵੱਡੇ ਸਮਾਗਮ ਕੀਤੇ ਜਾਣੇ ਹੈ। ਉਹ ਵੱਡਾ ਸਮਾਗਮ 1 ਮਈ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਜਾਣਾ। ਉਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਇੱਥੇ ਜਾ ਕੇ, ਕਿਉਂਕਿ ਉੱਥੇ ਸੰਪੂਰਨਤਾ ਕਿੱਥੇ ਕਰਦੇ, ਸਾਰੇ ਕਵਰ ਕਰਾਂਗੇ ਜੀ। 5-6 ਦਿਨ ਦਾ ਉੱਥੇ ਸਮਾਗਮ ਜਿਹੜਾ ਦਿੱਲੀ ਦੇ ਵਿੱਚ ਕਵਰ ਕਰਾਂਗੇ। ਉਹ ਸਾਰਾ ਰੂਟ ਜਿਹੜਾ ਤਿਆਰ ਕੀਤਾ ਜਾ ਰਿਹਾ। ਜਿਹੜਾ ਇੱਥੇ ਸਮਾਗਮ ਹੈ 1 ਮਈ ਨੂੰ। ਉਸ ਤੋਂ ਪਹਿਲਾਂ ਜਿਹੜੇ ਸ਼ੁਰੂਆਤ ਕਰ ਰਹੇ ਹੈ 16, 17, 18 ਨੂੰ ਸਭ ਤੋਂ ਪਹਿਲਾ ਸਮਾਗਮ ਜਿਹੜਾ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ, ਉੱਥੇ ਵੱਡੇ ਪੰਡਾਲ ਲਾ ਕੇ 16, 17, 18 ਮਾਰਚ ਕੇ ਅਪ੍ਰੈਲ ਮਾਰਚ ਕਿਉਂਕਿ ਸ਼ੁਰੂਆਤ ਕਰਕੇ ਬੜੇ ਸਮਾਗਮ ਕਰਕੇ ਅਸੀਂ ਇੱਥੇ ਪਹੁੰਚਣਾ। 16, 17, 18 ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਉੱਤੇ ਸਾਡੇ ਪਾਠ ਬਹੁਤ ਸਮਾਗਮ ਚੱਲ ਰਹੇ ਹੈ। ਔਰ 16 ਤਰੀਕ ਨੂੰ ਘੱਟੋ ਘੱਟ 5000 ਸਹਿਜ ਪਾਠ ਜਿਹੜੇ ਹੈ ਚੱਲ ਰਹੇ, ਸੰਗਤਾਂ ਕਰ ਰਹੀਆਂ, ਅਸੀਂ ਡਿਸਟਰੀਬਿਊਟ ਕੀਤੀਆਂ ਹੋਈਆਂ ਸੈਂਚੀਆਂ ਪੋਥੀਆਂ ਸਾਰਾ ਚੱਲ ਰਿਹਾ। ਉਹ 5000 ਦੇ ਕਰੀਬ ਸਹਿਜ ਪਾਠ ਤੇ ਪਾਠ ਬਹੁਤ ਸਮਾਗਮ ਦੀ ਸਮਾਪਤੀ ਜਿਹੜੀ 16 ਤਰੀਕ ਨੂੰ ਉੱਥੇ ਕੀਤੀ ਜਾਣੀ ਹੈ। 17 ਤਰੀਕ ਨੂੰ ਵੱਡਾ ਸਮਾਗਮ ਮਾਤਾ ਨਾਨਕੀ ਜੀ ਦਾ, ਕਿਉਂਕਿ ਉਹ ਪੇਕਾ ਪਿੰਡ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ 9 ਮਹੀਨੇ 13 ਦਿਨ ਆਪਣੀ ਮਾਤਾ ਦੇ ਘਰ ਵਿੱਚ ਆ ਕੇ ਰਹੇ ਪੇਕੇ ਪਿੰਡ ਦੇ ਵਿੱਚ। ਉੱਥੇ ਅਸੀਂ ਵੱਡਾ ਸਮਾਗਮ ਮਾਤਾ ਨਾਨਕੀ ਜੀ ਨੂੰ ਸਮਰਪਿਤ ਕੀਤਾ ਕਿ ਇਹ ਧਰਤੀ ਗੌਰਵ ਸਮਝੇ, ਮਾਣ ਸਮਝੇ ਕਿ ਇਸ ਧਰਤੀ ਵਿੱਚੋਂ ਐਡੀਆਂ ਵੱਡੀਆਂ ਮਾਵਾਂ ਨੇ, ਐਡੀਆਂ ਵੱਡੀਆਂ ਮਹਾਨ ਸ਼ਖਸੀਅਤਾਂ ਨੇ ਇੱਥੋਂ ਪੈਦਾਇਸ਼ ਹੋਈ ਹੈ। ਉਸ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਮਾਤਾ ਨਾਨਕੀ ਜੀ ਦੇ ਨਾਂ ਦੇ ਉੱਤੇ ਸੰਮੇਲਨ ਕੀਤਾ ਜਾਣਾ। ਤੇ 18 ਤਰੀਕ ਨੂੰ ਵੱਡਾ ਸਮਾਗਮ ਗੁਰਮਤਿ ਸਮਾਗਮ ਜਿਸ ਤਰ੍ਹਾਂ ਪਹਿਲਾਂ ਚੱਲਦਾ ਉਹ ਹੋਏਗਾ। ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਇਹ ਹੈਗਾ ਜੀ, ਕਿਉਂਕਿ ਹੋਲਾ ਮਹੱਲੇ ਚੱਲਣੇ ਹੈ 28 ਤਰੀਕ ਨੂੰ 29 ਤਰੀਕ ਨੂੰ ਹੋਲੇ ਮਹੱਲੇ ਹੈ। ਉਹਦੇ ਨਾਲ ਅਸੀਂ ਪਹਿਲਾਂ ਜੋੜ ਲਿਆ ਕਿ 24, 25, 26, 27, 28 ਫਾਈਨਲ। 24 ਤਰੀਕ ਨੂੰ ਸਹਿਜ ਪਾਠਾਂ ਦੇ ਭੋਗ, 25 ਤਰੀਕ ਨੂੰ ਭਾਈ ਜੀਵਨ ਸਿੰਘ ਜੀ ਜਾਂ ਭਾਈ ਜਾਤਾ ਜੀ ਜਿਹਨੂੰ ਆਪਾਂ ਕਹਿੰਦੇ ਸੀਗੇ, ਬਾਬਾ ਜੀਵਨ ਸਿੰਘ ਨੂੰ ਸਮਰਪਿਤ ਕਰਕੇ ਸਮਾਗਮ। ਤੇ ਨਾਲ ਹੀ ਸ਼ਾਮ ਵੇਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਦੀ ਯਾਦ ਵਿੱਚ ਸਮਾਗਮ ਕੀਤਾ ਜਾਣਾ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਥੀ ਰਹੇ ਸਾਰੀ। ਉੱਥੇ ਜਾ ਕੇ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ ਤੇ ਫਿਰ ਜਾ ਕੇ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਦੇ ਨਾਲ ਨਾ ਜੁੜੇ ਹੈ, ਜਿਹੜੇ ਉਹਨਾਂ ਦੇ ਸਾਥੀ ਰਹੇ ਹੈ, ਉਹਨਾਂ ਨੂੰ ਵੀ ਨਮਸਕਾਰ ਕੀਤੀ ਜਾਵੇ, ਉਹਨਾਂ ਦੀ ਵੀ ਕੁਰਬਾਨੀ ਨੂੰ ਯਾਦ ਕੀਤਾ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਪ੍ਰਕਾਸ਼ ਤੋਂ ਲੈ ਕੇ ਅੰਤ ਦਾ ਸਫ਼ਰ ਜਿਹੜਾ ਯਾਤਰਾ ਉਹਨੂੰ ਕੰਪਲੀਟ ਕੀਤਾ ਜਾਵੇ। ਸੋ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਦੀ ਯਾਦ ਵਿੱਚ ਇੱਕ ਵੱਡਾ ਸਮਾਗਮ ਕੀਤਾ ਜਾਣਾ, ਜਿਹਦੇ ਵਿੱਚ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੀ ਖਾਤਰ ਇਹ ਕੁਰਬਾਨੀ ਹੋਈ ਹੈ, ਧਰਮ ਦੀ ਖਾਤਰ, ਹਰ ਧਰਮ ਨੂੰ ਬੁੱਕਲ ਵਿੱਚ ਲਿਆ ਜਾਵੇ ਤੇ ਹਰ ਇੱਕ ਨੂੰ ਆਵਾਜ਼ ਦਿੱਤੀ ਜਾਵੇ। ਆ ਗਈ ਜੀ 26 ਤਰੀਕ, 26 ਨੂੰ ਫਿਰ ਬੀਬੀਆਂ ਦਾ ਵੱਡਾ ਸਮਾਗਮ। ਨਹੀਂ, 26 ਤਰੀਕ ਨੂੰ ਸਾਰੇ ਕਾਲਜਸ, ਯੂਨੀਵਰਸਿਟੀ, ਸਾਡੇ ਸਕੂਲਾਂ ਦੇ, ਕਿਉਂਕਿ ਅਸੀਂ ਯੂਥ ਨੂੰ ਬਾਬਾ ਸਾਹਿਬਜ਼ਾਦਿਆਂ ਦਾ ਬਰਥ ਉੱਥੇ ਹੋਇਆ, ਉੱਥੇ ਪ੍ਰਕਾਸ਼ ਹੋਇਆ ਬਾਬਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ। ਉਹਨਾਂ ਨੂੰ ਸਮਰਪਿਤ ਕਰਕੇ ਸਮਾਗਮ ਜਿਹੜਾ ਉਹ ਅਸੀਂ ਇੱਥੇ ਕਰਨਾ। ਕਿਉਂਕਿ ਮਾਤਾ ਗੁਜਰੀ ਜੀ ਦੇ ਨਾਂ ਦੇ ਉੱਤੇ ਫਿਰ ਅਗਲਾ 27 ਤਰੀਕ ਨੂੰ ਮਾਤਾ ਗੁਜਰੀ ਜੀ ਦੇ ਨਾਂ ਦੇ ਉੱਤੇ ਵੱਡਾ ਸਮਾਗਮ ਹੋਏਗਾ। 28 ਤਰੀਕ ਨੂੰ ਫਿਰ ਉਸੇ ਤਰ੍ਹਾਂ ਵੱਡਾ ਸਮਾਗਮ। 29 ਤਰੀਕ ਨੂੰ ਹੋਲਾ ਮਹੱਲਾ ਜਿਹੜਾ ਉਹ ਸਮਾਗਮ ਚੱਲਣਗੇ। ਇਹ ਤੋਂ ਬਾਅਦ ਕੇਸਗੜ੍ਹ ਸਾਹਿਬ ਚੱਲ ਜਾਣਾ, ਉੱਥੇ ਚੱਲ ਜਾਣਾ ਤਲਵੰਡੀ ਸਾਬੋ ਵਿਖੇ, ਉਹ ਵੀ ਇਸੇ ਤਰ੍ਹਾਂ ਵਿਸਾਖੀ। ਕਿਉਂਕਿ ਸਾਡੀਆਂ ਡੇਟਾਂ ਜਿਹੜੀਆਂ ਸੀ ਅਸੀਂ ਵਿੱਚ ਇਨਕਲੂਡ ਕਰ ਲਈਆਂ ਕਿ ਨਾਲ ਹੀ ਉਹ ਸਮਾਗਮ ਅੱਗੇ ਆ ਜਾਣ ਤੇ ਨਾਲ ਉਹਦੇ ਨਾਲ 3-3, 4-4 ਦਿਨ ਸਮਾਗਮ ਰੱਖ ਦਈਏ। ਸੋ ਮੇਰਾ ਖਿਆਲ ਹੈ ਕਿ ਇਹ ਸਮਾਗਮਾਂ ਨੂੰ ਅਸੀਂ ਬੜੇ ਸ਼ਾਨ ਚੌਕਤ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ ਕਰਾਂਗੇ। ਸਾਡਾ ਸਮਾਗਮ ਪਟਨਾ ਸਾਹਿਬ 'ਚ ਵੀ ਹੈ। 25 ਅਪ੍ਰੈਲ ਨੂੰ ਮੈਂ ਪਟਨਾ ਸਾਹਿਬ ਦੇ ਵਿੱਚ ਜਾ ਰਹੀ ਹਾਂ। ਉਸ ਤੋਂ ਪਹਿਲਾਂ ਚੱਲ ਪੈਣੇ 23, 24, 25 ਦੇ ਅਪ੍ਰੈਲ ਨੂੰ। ਇਸੇ ਤਰ੍ਹਾਂ ਕਾਨਪੁਰ ਵਿੱਚ 10 ਅਪ੍ਰੈਲ ਨੂੰ ਜਾ ਰਹੇ ਹਾਂ। ਇਸੇ ਤਰ੍ਹਾਂ ਤਮਤਾਨ ਸਾਹਿਬ ਵੀ ਹੈ। ਤਮਤਾਨ ਸਾਹਿਬ ਦੇ ਡੇਟਾ ਜਿਹੜੀਆਂ ਉਹ ਕਰ ਰਹੇ ਸੀਗੇ ਵੀ ਕਿਹੜੀ ਤਰੀਕ ਨੂੰ, ਕਿਉਂਕਿ ਤਰੀਕਾਂ ਦੀ ਤੈਅ ਕਰਨਾ ਸਾਡੇ ਵਾਸਤੇ ਜ਼ਰੂਰੀ। ਸੋ ਬਜਟ ਇਜਲਾਸ 30 ਤਰੀਕ ਨੂੰ ਕਰਕੇ ਬਾਕੀ ਸਾਰੇ ਸਮਾਗਮ ਜਿਹੜੇ ਹੈ ਚੜ੍ਹਦੀ ਕਲਾ ਨਾਲ ਹੋਣ
ਸਾਰੇ ਮੈਂਬਰਾਂ ਨੇ ਬਹੁਤ ਹੀ ਇਹਨੂੰ ਵਧੀਆ ਢੰਗ ਨਾਲ ਮਨਾਉਣ ਵਾਸਤੇ ਘਰ ਘਰ ਅੰਦਰ ਗੁਰਬਾਣੀ ਦੀ ਗੱਲ ਚੱਲੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ, ਗੁਰੂ ਤੇਗ ਸਾਹਿਬ ਦੀ ਬਾਣੀ ਤੇ ਨਾਲ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਬਾਣੀ ਹੈ ਜੋ ਉਹਨਾਂ ਉਚਾਰਨ ਕੀਤੀ ਹੈ, ਉਹ ਕਿਤਾਬਾਂ ਛਪ ਰਹੀਆਂ ਤਾਂ ਜੋ ਉਦੋਂ ਤੱਕ ਅਸੀਂ ਕਿਤਾਬਾਂ ਛਪਾ ਕੇ ਸੰਗਤ ਦੇ ਹਵਾਲੇ ਕਰ ਸਕੀਏ। ਜਿਸ ਤਰ੍ਹਾਂ ਉਸ ਅਸੀਂ ਭੇਜੀਆਂ ਸੀ ਵੀ ਉਹ ਕਿਤਾਬਾਂ ਗੁਰੂ ਨਾਨਕ ਸਾਹਿਬ ਦੀ, ਨਨਕਾਣਾ ਸਾਹਿਬ ਦੇ ਸਾਕੇ ਦੀਆਂ 8 ਕਿਤਾਬਾਂ ਜਿਸ ਤਰ੍ਹਾਂ ਅਸੀਂ ਜਿਹੜੀਆਂ ਅਣਗੌਲੀਆਂ ਸੀ ਉਹ ਵੀ ਛਪਾਈਆਂ, ਜਿਹੜੀਆਂ ਰਹਿੰਦੀਆਂ ਵੀ ਉਹ ਵੀ ਲੱਗੇ ਹੋਏ ਹੈ। ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਵੀ ਅਸੀਂ ਵੱਧ ਤੋਂ ਵੱਧ ਪੈਂਫਲੇਟ ਵੀ ਬਣਾਵਾਂਗੇ, ਦੂਜੇ ਵੀ ਬਣਾਵਾਂਗੇ। ਇੱਕ ਸਾਨੂੰ ਚਿੱਠੀ, ਕਿਉਂਕਿ ਗਵਰਨਮੈਂਟ ਆਫ ਇੰਡੀਆ ਤੋਂ ਆਈ ਹੈ, ਅਸੀਂ ਚਿੱਠੀ ਪਾਈ ਸੀ ਮੈਂ ਕਿ ਸਿੱਕਾ ਤੇ ਇਨਵੈਲਪ ਜਾਰੀ ਕੀਤਾ ਜਾਏ। ਉਹ ਚਿੱਠੀ ਆ ਗਈ ਹੈ, ਸਬ ਕਮੇਟੀ ਮੈਂ ਬਣਾ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਦਾ ਸਿੱਕਾ, ਕੀ ਇਨਵੈਲਪ ਕੀ ਚਾਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਸਾਨੂੰ ਤਿਆਰ ਕਰਕੇ ਦੱਸੇ। ਉਹਦੀ ਅਸੀਂ ਤਿਆਰੀ ਕਰਕੇ ਭੇਜਣ ਲੱਗੇ ਹਾਂ। UNO ਨੂੰ ਕੱਲ੍ਹ ਚਿੱਠੀ ਲਿਖੀ ਸੀ। UNO ਨੂੰ ਇਸ ਲਈ ਲਿਖੀ ਸੀ ਕਿ ਇਹ ਮਾਨਵਤਾ ਲਈ ਸਾਰੀ ਜੀਵਨ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਪੂਰੀ ਮਾਨਵਤਾ ਵਾਸਤੇ ਸੁਨੇਹਾ ਸੀ, ਕੱਲੇ ਹਿੰਦੂਆਂ ਵਾਸਤੇ ਨਹੀਂ, ਕੱਲੇ ਸਿੱਖਾਂ ਵਾਸਤੇ ਨਹੀਂ, ਪੂਰੀ ਮਾਨਵਤਾ ਵਾਸਤੇ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਸੀ। ਤੇ ਮਾਨਵਤਾ ਦੇ ਕਰਕੇ ਸਭ ਤੋਂ ਸਾਰੇ ਸੰਸਾਰ ਦੇ ਵਿੱਚ UNO ਨੂੰ ਸਭ ਤੋਂ ਵੱਡਾ ਸਮਝਿਆ ਜਾਂਦਾ ਹੈ ਕਿ ਉਹ ਹੀ ਆਪਣੇ ਉਸ ਅਸਥਾਨ ਦੇ ਉੱਤੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਸ਼ਾਨ ਸ਼ੌਕਤ ਨਾਲ ਮਨਾਓ। ਬੀਬੀ ਜੀ ਤੁਸੀਂ ਗੱਲ ਕੀਤੀ ਇੱਕ ਪੱਤਰ 9 ਤਰੀਕ ਨੂੰ ਹਿੰਦੂਆਂ ਦਾ ਵੀ ਜਥਾ ਜਾਣਾ ਹੈ। ਉਹ ਇਸ ਤਰ੍ਹਾਂ ਹੈ ਜੀ ਕਿ ਮੇਰੇ ਕੋਲ ਉਹਦਾ ਇਸ ਤਰ੍ਹਾਂ ਹੋਇਆ ਜੀ ਕਿ ਚਿੱਠੀ ਸਾਨੂੰ ਆ ਗਈ ਸੀ, ਉਹ ਈਮੇਲ ਉਹਦੇ ਉੱਤੇ ਕਲੋਜ਼ਡ ਹੋ ਗਿਆ ਸੀ ਵੀ ਕਲੋਜ਼ਡ, ਤੁਹਾਡੀ ਐਪਲੀਕੇਸ਼ਨ ਕਲੋਜ਼ ਕਰ ਦਿੱਤੀ ਗਈ। ਪਰ ਮੇਰੇ ਕੋਲ ਇੰਟੈਲੀਜੈਂਸ ਬਿਊਰੋ ਵਾਲੇ ਅਫਸਰ ਆਏ ਸੀ, ਉਹ ਕਹਿਣ ਲੱਗੇ ਕਿ ਦੇਖ, ਉਹ ਵੈਸੇ ਉਹਨਾਂ ਦੀ ਜਿੱਦਾਂ ਬਰਬਲੀ ਮੈਨੂੰ ਕਿਹਾ ਕਿ ਇਸ ਵਾਰ ਤੁਸੀਂ ਵਿਸਾਖੀ ਤੇ ਜਥਾ ਜਿੱਦਾਂ ਮਰਜ਼ੀ ਲੈ ਜਿਓ, ਪਰ ਪਹਿਲਾਂ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਹੈ ਉਹ ਲਗਵਾ ਲਈ ਜਾਵੇ। ਮੈਂ ਕਿਹਾ ਇਸ ਤੋਂ ਪਹਿਲਾਂ ਵੀ ਇੰਜੈਕਸ਼ਨ ਲਵਾਏ ਸੀ, ਸਭ ਕੁਝ ਕੀਤਾ ਸੀਗਾ, ਟੈਸਟ ਵੀ ਕਰਾਏ ਸੀਗੇ, ਪਰ ਗੱਲ ਇਹ ਹੈਗੀ ਹੈ ਕਿ ਹੁਣ ਜਦ ਤੱਕ ਅਸੀਂ ਕਿਉਂਕਿ ਮਨਜ਼ੂਰੀ ਲਵਾਂਗੇ ਉਹ ਕੀ ਜਵਾਬ ਦਿੰਦੇ ਆ। ਪਰ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਵੀ ਇਸ ਵਾਰੀ ਵੈਕਸੀਨੇਸ਼ਨ ਜਿਹੜੀ ਹੈ ਉਹ ਮਸਟ ਕਰ ਦੇਣੀ ਹੈ ਤੇ ਅਪੀਲ ਕਰ ਦੋ ਜਿਹੜੇ ਸ਼ਰਧਾਲੂ ਜਾਣੇ ਆ ਉਹ ਵੈਕਸੀਨੇਸ਼ਨ ਜ਼ਰੂਰ ਲਵਾ ਲੈਣ। ਆਪਾਂ ਪਾਕਿਸਤਾਨ ਹਰੀ ਝੰਡੀ ਮਿਲ ਗਈ ਹੈ, ਝੰਡੀ ਮਿਲ ਗਈ ਮਤਲਬ IB ਵਾਲੇ ਕਹਿ ਕੇ ਗਏ ਮੈਨੂੰ, ਸਰਕਾਰ ਦੀ ਨਹੀਂ, IB ਨੇ ਕਿਹਾ। ਮੈਂ ਕਿਹਾ ਸੀ ਨਾ ਕਿ ਬਹੁਤ ਵੱਡਾ ਰੋਸ ਹੈ ਸੰਗਤ ਵਿੱਚ, ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਜੀ ਕਿ ਤੁਹਾਨੂੰ ਇਸ ਵਾਰੀ ਵਿਸਾਖੀ ਦੇ ਉੱਤੇ ਕੋਈ ਮੁਸ਼ਕਲ ਨਹੀਂ ਆਣੀ, ਜਥਾ ਲੈ ਜਿਓ, ਪਰ ਸ਼ਰਤ ਇਹ ਲੱਗ ਜਾਣੀ ਹੈ ਕਿ ਵੈਕਸੀਨੇਸ਼ਨ ਉਹ ਤੁਸੀਂ ਆਪਣੇ ਸ਼ਰਧਾਲੂਆਂ ਨੂੰ ਕਹਿ ਇਹਨਾਂ ਨੇ ਵੈਕਸੀਨੇਸ਼ਨ 45 ਤੋਂ 60 ਦੀ ਕੀਤੀ ਹੈ। ਇਹਦਾ ਮਤਲਬ ਇਹ 45 ਸਾਲ ਤੋਂ ਫਿਰ ਛੋਟੇ ਜਾਂ ਬੱਚੇ ਨਹੀਂ ਜਾ ਸਕਣਗੇ, ਇਹ ਵੀ ਫਿਰ ਇਹਦੇ ਨਾਲ ਹੀ ਹੋ ਗਿਆ। ਦੇਖੋ ਉਹ ਤੇ ਹੁਣ ਸਮਾਂ ਦੱਸੇਗਾ ਨਾ ਕੀ ਕਹਿੰਦੇ ਆ। ਜਿਵੇਂ ਪਾਕਿਸਤਾਨ ਨਨਕਾਣਾ ਸਾਹਿਬ ਸ਼ਤਾਬਦੀ ਮਨਾਈ ਗਈ, ਸਾਨੂੰ ਸੱਦਾ ਪੱਤਰ ਆਇਆ ਸੀ ਕਿ ਸ਼੍ਰੋਮਣੀ ਕਮੇਟੀ ਪਾਕਿਸਤਾਨ ਕਮੇਟੀ ਨੂੰ ਇਸ ਸ਼ਤਾਬਦੀ 'ਚ ਸ਼ਮੂਲੀਅਤ ਲਈ ਕੋਈ ਸੱਦਾ ਪੱਤਰ ਭੇਜੇਗੀ। ਇਹਦੇ ਸਾਰੇ ਸੰਸਾਰ ਦੇ ਲੋਕਾਂ ਨੂੰ ਕਹਿੰਦੇ, ਇਹਦੇ ਸਾਰੇ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਕਿ ਦਰਸ਼ਨ ਦਿਓ। ਨਹੀਂ, ਪਰ ਉਹ ਫਾਰਮੈਲਿਟੀ ਹੁੰਦੀ ਹੈ ਨਾ ਕਿ ਉਧਰੋਂ ਸੱਦਾ ਪੱਤਰ ਆਇਆ, ਭੇਜ ਦਿਆਂਗੇ ਜੀ। ਸਾਨੂੰ ਤਾਂ ਕੋਈ ਖੁਸ਼ੀ ਹੋਏਗੀ ਕਿ ਉਹ ਆ ਕੇ ਸ਼ਾਮਲ ਹੋਣ। ਬੀਬੀ ਜੀ, ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਨਹੀਂ ਖੁੱਲ ਰਿਹਾ, ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ ਐਜ਼ ਅ ਟੂਰਿਸਟ ਸਪੌਟ ਜਿਹੜਾ ਉਹ ਬਣਾਉਣ ਦੀ ਘੋਸ਼ਣਾ ਕਰਦੀ ਹੈ, ਕਿਉਂਕਿ ਭਾਰਤ ਸਰਕਾਰ ਕੋਈ ਜਵਾਬ ਨਹੀਂ ਦੇ ਰਹੀ, ਖੋਲ੍ਹਣ ਵਾਸਤੇ ਅੱਗੇ ਨਹੀਂ ਆਉਂਦੀ। ਦੇਖੋ ਉਹ ਟੂਰਿਸਟ ਨਹੀਂ ਹੈ, ਉਹ ਧਾਰਮਿਕ ਯਾਤਰਾ ਹੈ ਉਸ ਸਥਾਨ ਦੀ। ਆਪਾਂ ਇਹ ਨਹੀਂ ਕਹਿ ਸਕਦੇ ਟੂਰਿਸਟ ਦੇ ਵੈਸੇ ਇੱਕ ਸ਼ਬਦ ਵਰਤ ਲੈਂਦੇ ਹੈ, ਉਹ ਇੱਕ ਧਾਰਮਿਕ ਯਾਤਰਾ ਸੰਗਤ ਉੱਥੇ ਕਰਨ ਜਾਂਦੀ ਹੈ, ਗੁਰੂ ਸਾਹਿਬ ਦੀ ਸ਼ਰਧਾ ਨਾਲ ਮੱਥਾ ਟੇਕਣ ਜਾਂਦੀ ਹੈ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਜਾਂਦੀ ਹੈ ਔਰ ਆਸਥਾ ਲੈ ਕੇ ਜਾਂਦੀ ਹੈ ਕਿ ਉਹਨਾਂ ਦੀ ਆਸਥਾ ਦੇ ਉੱਤੇ ਵਾਹਿਗੁਰੂ ਬੂਰ ਪਾਏ। ਜਿਹੜੀ ਭਾਰਤ ਸਰਕਾਰ ਹੈ, ਮੈਂ ਸਮਝਦੀ ਹਾਂ ਇਹਦੀ ਨੈਗੇਟਿਵ ਸੋਚ ਹੈ, ਇਹਨਾਂ ਨੂੰ ਨਹੀਂ ਬੰਦ ਕਰਨਾ ਚਾਹੀਦਾ। ਸਿੱਖਾਂ ਦੀਆਂ ਭਾਵਨਾਵਾਂ ਤੇ ਸੱਟ ਨਹੀਂ ਮਾਰਨੀ ਚਾਹੀਦੀ, ਸਿੱਖਾਂ ਦੀ ਰੀਝ ਪੂਰੀ ਹੋਣ ਦੇਣੀ ਚਾਹੀਦੀ ਹੈ। ਜਦੋਂ ਕਿ ਬਾਕੀ ਗੁਰਦੁਆਰੇ 'ਚ ਲੱਖਾਂ ਲੋਕ ਸੰਗਤਾਂ ਆਉਂਦੀਆਂ ਨੇ, ਉੱਥੇ ਜਾਣ 'ਚ 200 400 500 700 ਵਿੱਚ ਕੀ ਕੋਵਿਡ ਵੱਖਰਾ ਹੋ ਜਾਣਾ? ਜਦੋਂ ਸਾਰੀ ਦੁਨੀਆ, ਜੇ ਅਸੀਂ ਇੱਥੋਂ ਜਾ ਸਕਦੇ ਹਾਂ ਨਨਕਾਣਾ ਸਾਹਿਬ ਨੂੰ, ਜੇ ਉਹ ਕਹਿੰਦੇ ਕਿ ਵਿਸਾਖੀ 'ਤੇ ਜਾਣ ਦਿੱਤਾ ਜਾਏਗਾ, ਅਤੇ ਜੇ ਵਿਸਾਖੀ ਦੇ ਉੱਤੇ ਵੈਕਸੀਨੇਸ਼ਨ ਲਾ ਕੇ ਜਾ ਸਕਦੇ ਆ ਤੇ ਉੱਦਾਂ ਹੀ ਸ਼ਰਤ ਰੱਖ ਦੇਣ ਕਿ ਵੈਕਸੀਨੇਸ਼ਨ ਕਰਾ ਲਈ ਜਾਵੇ ਜਿਹਨਾਂ ਯਾਤਰੀਆਂ ਨੇ ਜਾਣਾ, ਉਹ ਸ਼ਰਤ ਨੂੰ ਲਾ ਦੇਣੀ ਚਾਹੀਦੀ ਹੈ। ਜੇ ਐਵੇਂ ਕੋਈ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਕਿਸਾਨ ਅੰਦੋਲਨ ਚੱਲ ਰਿਹਾ, ਉੱਥੇ ਪੱਕੇ ਟੈਂਟ ਲਗਾਏ ਜਾਣਗੇ, ਪੱਖੇ ਲਗਾਏ ਜਾਣਗੇ। ਦੂਸਰੇ ਪਾਸੇ ਉਸੇ ਦੌਰਾਨ ਤੁਸੀਂ ਇਹ ਵੀ ਨਾਲ ਗੱਲ ਕਹੀ ਕਿ ਹਾਲੇ ਪਤਾ ਨਹੀਂ ਕਿੱਦਾਂ ਲੰਬਾ ਅੰਦੋਲਨ ਚੱਲਣਾ, ਪਰ ਉਸੇ ਦੌਰਾਨ ਗੁਰੂ ਸਾਹਿਬ ਦਾ ਜਿਹੜਾ ਵੱਡਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ। ਤਾਂ ਇਹ ਪਹਿਲਾਂ ਵੀ ਗੱਲ ਸਵਾਲ ਤੁਹਾਨੂੰ ਪੁੱਛਿਆ ਗਿਆ ਸੀ ਕਿ ਹੁਣ ਇਸ ਮਾਹੌਲ ਦੇ ਚੱਲਦਿਆਂ ਪ੍ਰਧਾਨ ਮੰਤਰੀ ਨੂੰ ਜਾਂ ਰਾਸ਼ਟਰਪਤੀ ਨੂੰ ਸੱਦਾ ਪੱਤਰ ਦਿੱਤਾ ਜਾਏਗਾ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ, ਦੇਖੋ ਬਾਰ-ਬਾਰ ਉਹ ਸਵਾਲ ਕਰਨ ਦਾ ਕੋਈ ਮੈਨੂੰ ਲੱਗਦਾ ਕੋਈ ਮੈਨੇ ਨਹੀਂ ਰਹਿ ਜਾਂਦੇ। ਮੈਂ ਪਹਿਲਾਂ ਵੀ ਕਿਹਾ ਕਿ ਜਦ ਤੱਕ
ਦੇਸ਼ ਦੇ ਹਾਲਾਤ ਸੁਖਾਵੇਂ ਨਹੀਂ ਹੁੰਦੇ, ਜਦ ਤੱਕ ਸਿੱਖ ਭਾਵਨਾਵਾਂ ਨੂੰ ਕੋਈ ਮਰਮ ਨਹੀਂ ਲੱਗਦੀ, ਜਦ ਤੱਕ ਸਿੱਖ ਖੁਸ਼ੀ ਇਹ ਪ੍ਰਵਾਨ ਨਹੀਂ ਕਰਦੇ, ਉਨੀ ਚਿਰ ਤੱਕ ਸਾਡੇ ਹਾਲਾਤਾਂ ਦੇ ਅਨੁਸਾਰ ਸਾਜ਼ਗਰ ਜੇ ਨਾ ਹੋਣ ਤੇ ਸਾਡੇ ਵਾਸਤੇ ਮੁਸ਼ਕਲ ਹੈ। ਮੈਂ ਬਾਰ-ਬਾਰ ਇਹ ਗੱਲ ਕਹਿਣੀ ਹੈ, ਇਹਨੂੰ ਮੇਰੇ ਖਿਆਲ ਹਰ ਮੀਟਿੰਗ 'ਚ ਪੁੱਛਣਾ ਕੋਈ ਵਾਜਬ ਨਹੀਂ ਲੱਗਦਾ। ਹੋਰ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਸੱਦਾ ਦਿੱਤਾ ਜਾਏਗਾ ਜੀ? ਦੇਖੋ ਜੀ, ਸਾਰਿਆਂ ਨੂੰ ਸਾਂਝਾ ਸੱਦਾ ਜੀ, ਸਾਰੇ ਗੁਰੂ ਕਿਰਪਾ ਕਰੇ, ਕਾਰਡ ਛਪਣਗੇ, ਅਸੀਂ ਵੈਸੇ ਦੇਵਾਂਗੇ ਕਾਰਡ, ਬੁਲਾਵਾਂਗੇ। ਹੁਣ ਵੀ ਅਸੀਂ 16 17 18 ਨੂੰ ਸਭ ਨੂੰ ਬੇਨਤੀ ਕਰਦੇ ਆਓ, ਕਿਉਂਕਿ ਗੁਰੂ ਦਾ ਘਰ ਹੈ। ਪ੍ਰਧਾਨ ਮੰਤਰੀ ਜੀ ਨੂੰ ਜਾਂ ਕਿਸੇ ਨੂੰ ਅਸੀਂ ਗੁਰੂ ਦੇ ਘਰ ਤੋਂ ਰੋਕ ਨਹੀਂ ਸਕਦੇ, ਜੀ ਸਦਕੇ ਆਓ, ਬੰਦਿਸ਼ ਥੋੜ੍ਹਾ ਅਸੀਂ ਲਾ ਸਕਦੇ ਹਾਂ, ਇੱਥੇ ਨਹੀਂ ਕੋਈ ਆ ਸਕਦਾ। ਐਜ਼ ਏ ਡਿਵੋਟੀ, ਐਜ਼ ਏ ਸ਼ਰਧਾਲੂ, ਐਜ਼ ਏ ਗੁਰੂ ਪਾਤਸ਼ਾਹ ਦੀ ਮੱਥਾ ਟੇਕਣ ਵਾਸਤੇ ਆ ਸਕਦੇ ਹੈ, ਪਰ ਜੇ ਅਸੀਂ ਹਾਲਾਤਾਂ ਦੇ ਅਨੁਸਾਰ ਦੇਖ ਕੇ ਸਪੈਸ਼ਲ ਪ੍ਰਬੰਧ ਕਰਨੇ ਸਾਡੇ ਵਾਸਤੇ ਔਖੇ। ਜੇ ਉਹ ਆਉਣ ਤੇ ਸਨਮਾਨ ਕੀਤਾ ਜਾਏਗਾ ਜੀ ਉਹਨਾਂ ਦਾ? ਉਸ ਵੇਲੇ ਸਮਾਂ ਦੱਸਾਂਗਾ। ਬੀਬੀ ਜੀ, ਪੰਜਾਬ 'ਚ ਕੋਰੋਨਾ ਦੇ ਪੇਸ਼ੈਂਟ ਵੱਧਦੇ ਜਾ ਰਹੇ ਆ, ਕੀ ਲੈ ਕੇ ਨਗਰ ਕੀਰਤਨ ਨੂੰ ਲੈ ਕੇ ਕੋਈ ਪਰਮਿਸ਼ਨ ਜਾਂ ਰੋਕ ਲਾਈ ਗਈ ਪੰਜਾਬ ਤੋਂ, ਜਿਸ ਤਰ੍ਹਾਂ ਕਹਿ ਰਹੇ 100 ਬੰਦੇ ਤੋਂ ਵੱਧ ਕਿਤੇ ਨੇ? ਦੇਖੋ ਜੀ, ਅਸੀਂ ਤੇ ਸਾਰੀਆਂ ਸੰਗਤਾਂ ਆ ਰਹੀਆਂ ਨੇ, ਗੁਰਦੁਆਰਾ 'ਚ ਆ ਰਹੀਆਂ ਨੇ ਸੰਗਤਾਂ ਸਾਰੀਆਂ, ਰੋਜ਼ ਕੀਰਤਨ ਦਰਬਾਰ ਚੱਲ ਰਹੇ ਆ ਜੀ। ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਕਿ ਗੁਰੂ ਘਰ ਵਿੱਚ ਕੀਰਤਨ ਕਰਦੇ ਆ ਜਾਂ ਗੁਰਦੁਆਰੇ ਵਿੱਚ ਜਾਂਦੇ ਆ ਸੰਗਤਾਂ ਨੂੰ ਕਿਤੇ ਕੋਵਿਡ ਹੋਇਆ ਹੋਵੇ। ਇਹ ਗੁਰੂ ਦਾ ਘਰ ਹੈ ਜੀ, ਇੱਥੇ ਗੁਰੂ ਦੇ ਇੱਥੇ ਤੇ ਦੇਖੋ ਤੁਸੀਂ ਡਿੱਗਦੇ ਢਹਿੰਦੇ ਜਿਹੜੇ ਕਹਿੰਦੇ ਆ ਲੰਗੜੇ ਜਾਂ ਵਿਚਾਰੇ ਹੈਂਡੀਕੈਪਡ, ਉਹ ਆ ਕੇ ਖੜੇ ਹੋ ਜਾਂਦੇ ਆ, ਤੇ ਇਹ ਤੇ ਕਰੋਨਾ ਕੋਵਿਡ ਤੇ ਹੈ ਹੀ ਕੱਖ ਨਹੀਂ ਗੁਰੂ ਸਾਹਿਬ ਦੇ ਵਾਸਤੇ। ਤੇ ਜੀ ਕੋੜ ਹੀ ਠੀਕ ਹੋ ਗਏ। ਇਹ ਉਹ ਸਥਾਨ ਜਿੱਥੇ ਕੋੜ ਪਿਆ, ਜਿਹਨੂੰ ਸੀਗਾ ਉਹ ਤੰਦਰੁਸਤ ਹੋ ਗਿਆ। ਬਜਟ ਕਿਸ ਵਿਸ਼ੇ ਤੇ ਫੋਕਸ ਕਰ ਰਹੇ ਆ, ਕੀ ਤਰਜੀਹ ਹੋਏਗੀ? ਦੇਖੋ ਬਜਟ, ਦੇਖੋ ਇੱਕ ਤੇ ਆਪਾਂ ਨੂੰ ਸਮਝਣ ਵਾਲੀ ਗੱਲ ਹੈ ਕਿ ਬਜਟ ਕਿੱਥੋਂ ਆਉਣਾ, ਕਿੱਥੇ ਜਾਣਾ, ਆਮਦਨ ਕਿੱਥੋਂ, ਖਰਚ ਕਿੱਥੇ, ਠੀਕ ਹੈ ਜੀ। ਤੀਜਾ ਹੈਗਾ ਕਿ ਜਿਹੜੀ ਅਸੀਂ ਉਹਨੂੰ ਕਿੱਥੇ ਕਿੱਥੇ ਲਾਉਣਾ, ਐਜੂਕੇਸ਼ਨ ਹੋਇਆ, ਧਰਮ ਪ੍ਰਚਾਰ ਹੋਇਆ, ਜਾਂ ਗੁਰਦੁਆਰਿਆਂ ਦੇ ਵਿੱਚ ਡਿਵੈਲਪਮੈਂਟ ਵਾਸਤੇ ਹੋਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਪੈਂਦੀਆਂ। ਤੇ ਜਿਹੜੇ ਸਾਡੇ ਸਕੂਲ ਕਾਲਜਸ ਨੇ ਉਹਦਾ ਬਜਟ ਕੀ ਹੈ, ਅਸੀਂ ਉਹਨਾਂ ਨੂੰ ਕਿੰਨਾ ਦਿੰਦੇ ਆ। ਸਕੂਲਾਂ ਕਾਲਜਾਂ ਦਾ ਦੇਖੋ, ਸਾਡੇ ਦੋ ਤਰ੍ਹਾਂ ਦਾ ਬਜਟ ਬਣ ਜਾਂਦਾ, ਇੱਕ ਤੇ ਸਕੂਲਾਂ ਕਾਲਜਾਂ ਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਕੂਲਾਂ ਕਾਲਜਾਂ ਦਾ ਮੰਨ ਲਓ ਇੱਕ 300 ਕਰੋੜ ਦਾ ਬਜਟ ਹੈ, ਉਹ ਅਸੀਂ ਵਿੱਚੇ ਹੀ ਇਨਕਲੂਡ ਕਰਕੇ ਕਹਿ ਦਿੰਦੇ ਜੀ ਇੰਨੇ 100 ਕਰੋੜ ਦਾ ਬਜਟ ਹੋ ਗਿਆ। ਇਸ ਵਾਰੀ ਅਸੀਂ ਪੂਰਾ, ਮੈਂ ਤੁਹਾਨੂੰ ਫੋਕਸ ਕਰਕੇ ਦੱਸਾਂਗੀ ਕਿ ਕਾਲਜਾਂ ਸਕੂਲਾਂ ਦਾ ਬਜਟ ਕਿੰਨਾ, ਤੇ ਕਾਲਜਾਂ ਸਕੂਲਾਂ ਦੇ ਵਿੱਚ ਅਸੀਂ ਬਜਟ ਨੂੰ ਕੰਪੀਟ ਕਰਨ ਲਈ ਕਿੰਨਾ ਦਿੰਦੇ। ਸਪੋਜ਼ ਪਿੱਛੇ 23 ਕਰੋੜ ਦਿੰਦੇ ਸੀ, 25 ਕਰੋੜ ਦਿੰਦੇ ਆ। ਇਸ ਵਾਰ ਉਹਨਾਂ ਦੀ ਮੰਗ ਕੀ ਹੈ, ਅਸੀਂ ਕਿੰਨਾ ਦਿੰਦੇ ਉਹ ਵੀ ਦੱਸਾਂਗੀ, ਔਰ ਜਿੰਨਾ ਗੁਰਦੁਆਰਿਆਂ ਦੇ ਉੱਤੋਂ ਆਂਦਾ ਉਹ ਵੀ ਦੱਸਾਂਗੀ, ਜਿੰਨਾ ਖਰਚ ਹੁੰਦਾ ਉਹ ਵੀ ਦੱਸਾਂਗੀ। ਖਰਚ ਆਮਦਨ ਕਿੱਥੋਂ ਹੈ, ਵੱਧ ਤੋਂ ਵੱਧ ਕੋਈ ਦੁਕਾਨਾਂ ਨੇ, ਵੱਧ ਤੋਂ ਵੱਧ ਕੋਈ ਸਾਡੀ ਪ੍ਰਾਪਰਟੀ ਹੈ, ਵੱਧ ਤੋਂ ਵੱਧ ਕੋਈ ਇਹੋ ਜਿਹੀ। ਜਿੱਦਾਂ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਵੀ ਕੀਮਤਾਂ ਵਧੀਆਂ ਨੇ, ਉਹਦੇ ਨਾਲ ਵੀ ਐਸਜੀਪੀਸੀ ਦੇ ਜਿਹੜੇ ਉੱਪਰ ਕੋਈ ਵਿੱਤੀ ਬੋਝ ਵੱਧ ਪਏਗਾ ਇਹਦੇ ਨਾਲ? ਚਲੋ ਉਹ ਤੇ ਸਾਰਿਆਂ ਦੀ ਪੈਂਦਾ ਜੀ। ਦੇਖੋ ਕੋਈ ਵੀ ਸੰਸਥਾ ਆਮ ਘਰੇਲੂ ਤੇ ਉਹਨੇ, ਸਿਲੰਡਰ, ਇਹ ਸਭ ਤੋਂ ਮਾੜੀ ਗੱਲ ਇਹ ਹੈ ਕਿ ਸਰਕਾਰ ਨੇ ਇਸ ਵਾਰੀ ਹਰ ਬਸ਼ਰ ਦੇ ਉੱਤੇ ਬੋਝ ਪਾਤਾ, ਹਰ ਵਿਅਕਤੀ ਦੇ ਉੱਤੇ, ਘਰੇਲੂ ਤੋਂ ਲੈ ਕੇ ਸਰਵਿਸਿਜ਼ ਤੱਕ, ਵੱਡੇ ਵੱਡੇ ਕੰਪਨੀਆਂ ਤੱਕ, ਹਰ ਇੱਕ ਦੇ ਬੋਝ ਪਿਆ। ਤੇ ਨੈਚੁਰਲੀ ਇਹ ਸ਼੍ਰੋਮਣੀ ਕਮੇਟੀ ਜਿਹਦਾ ਕਿ ਇੰਨੇ ਅਦਾਰੇ ਚੱਲਦੇ ਆ, ਇੰਨੇ ਕਾਲਜ ਚੱਲਦੇ ਆ, ਇੰਨੇ ਸਕੂਲ ਚੱਲਦੇ ਆ, ਇੰਨੀਆਂ ਗੱਡੀਆਂ ਚੱਲਦੀਆਂ, ਤੇ ਇਹ ਸਾਰਿਆਂ ਦੇ ਉੱਤੇ ਬੋਝ ਹੈ। ਜੋ ਲੋਕਾਂ ਤੇ ਬੋਝ ਹੈ, ਅਸੀਂ ਲੋਕਾਂ 'ਚ ਹੈ, ਜੋ ਲੋਕਾਂ ਤੇ ਬੋਝ ਹੈ ਸਾਡੇ ਤੇ ਹੀ ਬੋਝ ਹੈ। ਸੋ ਮੈਂ ਇਸ ਗੱਲ ਦੀ ਵੀ ਨਿੰਦਾ ਕਰਦੀ ਹਾਂ ਕਿ ਸਰਕਾਰ ਨੇ ਲਗਾਤਾਰ 8-10 ਵਾਰ ਲਗਾਤਾਰ ਹੀ ਜਿਹੜੇ ਵਧਾਏ ਹੈ, ਇਹ ਮੈਂ ਸਮਝਦੀ ਇੱਕ ਝੂਮਰ ਕੱਢਣ ਵਾਲੀ ਗੱਲ ਹੈ। ਸਰਕਾਰ ਨੂੰ ਵਧਾਈ ਦੇ ਮਹਿੰਗਾਈ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ, ਖਾਸ ਕਰਕੇ ਬਿਜਲੀ ਦੇ ਬਿੱਲ ਤੇ ਜੋ ਡੀਜ਼ਲ ਪੈਟਰੋਲ ਦੇ ਉੱਤੇ ਜਿਹੜੇ ਵੱਧਦੇ ਪਏ ਆ, ਇਹ ਨਹੀਂ ਹੋਣੇ ਚਾਹੀਦੇ। ਕੋਰੋਨਾ ਕਾਲ ਦੇ ਦਰਮਿਆਨ ਸੰਗਤ ਦੀ ਆਮਦ ਬਹੁਤ ਜ਼ਿਆਦਾ ਘਟ ਰਹੀ, ਬਜਟ ਦੇ ਉੱਤੇ ਉਹਦਾ ਅਸਰ ਪਏਗਾ ਜੀ? ਕਿੰਨਾ ਕੁ ਪੈ ਰਿਹਾ? ਬਹੁਤ ਪਿਆ ਜੀ। ਦੇਖੋ ਜਿਸ ਦਿਨ ਮੈਂ ਆਈ ਸੀ ਤੇ ਮੈਂ ਪੁੱਛਿਆ ਕਿ ਇਹਦੀ ਟੋਟਲ ਕਿੰਨਾ। ਹੁਣ ਮੰਨ ਲਓ ਕਿ ਦਰਬਾਰ ਸਾਹਿਬ ਦੇ ਸਾਰੇ ਕੰਪਲੈਕਸ ਦੀ 9-9.5 ਕਰੋੜ ਰੁਪਏ ਤਨਖਾਹ ਜਾਂਦੀ ਹੈ, ਮੁਲਾਜ਼ਮਾਂ ਦੀ ਜਾਂਦੀ, ਸੇਵਾ ਫਲ। ਲੇਕਿਨ ਆਂਦਾ ਸੀ ਉਦੋਂ ਕੀ ਸੀ, ਦਿਹਾੜੀ ਦਾ ਕਿਵੇਂ 2 ਲੱਖ, ਕਿਵੇਂ 4 ਲੱਖ। ਨੈਚੁਰਲੀ ਸਾਰੀਆਂ ਐਫਡੀਆਂ ਤੜਾ ਕੇ ਜਾਂ ਜਮ੍ਹਾਂ ਪੈਸਾ ਜਿਹੜਾ ਸੀ ਉਹ ਸਾਰੇ ਦਾ ਸਾਰਾ ਸਾਨੂੰ, ਇੱਕ ਵੀ ਮਾਣ ਕਰੋ
ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਦੀ ਤਨਖਾਹ ਇੱਕ ਦਿਨ ਨਹੀਂ ਰੁਕੀ, ਇੱਕ ਦਿਨ ਨਹੀਂ ਰੁਕੀ। ਅਸੀਂ ਆਪਣੇ ਮੁਲਾਜ਼ਮਾਂ ਤੇ ਨਹੀਂ ਮਤਲਬ ਭਾਰ ਪੈਣ ਦਿੱਤਾ, ਅਸੀਂ ਆਪਣੇ ਤੇ ਪਾ ਲਿਆ। ਅਸੀਂ ਥੋੜਾ ਬਹੁਤਾ ਰੋਕ, ਹਾਂਜੀ ਫੋਨ ਕਿਹਦਾ ਪ੍ਰੋਬਲਮ ਆ ਰਹੀ ਹੈ? ਸ਼੍ਰੋਮਣੀ ਕਮੇਟੀ ਨੂੰ ਕਾਫੀ ਵਿੱਤੀ ਸੰਕਟਾਂ ਦਾ ਵੀ ਸਾਹਮਣਾ ਕਰਨਾ ਪਿਆ ਔਰ ਗਾਂ ਸ਼ਤਾਬਦੀ ਦੇ ਉੱਤੇ ਖਰਚੇ ਵੀ ਬੜੇ ਆ ਜੀ। ਉਹ ਕੋਹਲੀ ਸਾਹਿਬ ਕੋਲੋਂ ਕਦੋਂ 7.5 ਕਰੋੜ ਕਦੋਂ ਵਸੂਲ ਕਰਨਾ? ਮੈਂ ਕੱਲ੍ਹ ਹੀ ਸੇ ਕਿਹਾ ਜੀ, ਦੇਖੋ ਚਲੋ ਤੁਸੀਂ ਵੀ ਯਾਦ ਕਰਾ ਦਿੰਦੇ ਹੋ, 5-6 ਦਿਨ ਹੀ ਹੋਇਆ ਅਸੀਂ ਤਾਂ ਕਹਿ ਰਹੇ ਸੀ ਦੁਬਾਰਾ ਚਿੱਠੀ ਲਿਖੋ ਉਹਨਾਂ ਨੂੰ ਤਾਂ ਜੋ ਸਾਡਾ 7.5 ਕਰੋੜ ਰੁਪਇਆ ਵਾਪਸ ਕਰੇ, ਨਹੀਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਾਰਵਾਈ ਕਰ ਸਕਦੇ ਹਾਂ। ਦੇਖੋ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਦਾ ਕੋਈ ਲਿਹਾਜ਼ ਨਹੀਂ, ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਨੂੰ ਕੋਈ, ਅਸੀਂ ਇਹ ਨਹੀਂ ਕਰ ਸਕਦੇ ਕਿ 7.5 ਕਰੋੜ ਰੁਪਏ ਅਸੀਂ ਮੰਗੀਏ ਨਾ। ਅਸੀਂ ਮੰਗਿਆ ਸੀ, ਹੁਣ ਫੇਰ ਮੰਗਾਂਗੇ, ਦੁਬਾਰਾ ਫਿਰ ਅਸੀਂ ਚਿੱਠੀ ਪੱਤਰ ਪਾਵਾਂਗੇ ਕਿ ਸਾਡਾ ਤੁਰੰਤ। ਦੇਖੋ ਅਸੀਂ ਜਿੰਨੇ ਵਿੱਤੀ ਸੰਕਟ 'ਚੋਂ ਲੰਘ ਰਹੇ ਹਾਂ, ਸਾਨੂੰ ਕਿਤੇ ਗ੍ਰਾਂਟ ਨਹੀਂ ਹੋਣੀ, ਅਸੀਂ ਤੇ ਗੁਰੂ ਦੀ ਗੋਲਕ 'ਚੋਂ ਹੀ ਕੱਢ ਕੇ ਵਰਤਣਾ। ਅਸੀਂ ਕਿੱਥੋਂ ਵਰਤਣਾ ਜੀ? ਅਸੀਂ ਤੇ ਜੋ ਲੋਕਾਂ ਨੇ ਮੱਥਾ ਟੇਕਣਾ, ਆ ਕੇ ਸੰਗਤਾਂ ਨੇ ਮੱਥਾ ਟੇਕਣਾ, ਅਸੀਂ ਤੇ ਉਹਦੇ 'ਚੋਂ ਕੱਢਣਾ। ਤੁਸੀਂ ਵੀ ਸਾਰਾ ਕੁਝ ਦੇਖਦੇ ਹੀ ਹੋ ਇੱਥੇ ਸੰਗਤਾਂ। ਹੁਣ ਇਹ ਮਹੀਨਾ 2 ਸੰਗਤ ਖੁੱਲੀ ਹੈ, ਪਹਿਲਾਂ ਸੰਗਤ ਹੀ ਨਹੀਂ ਸੀ ਆ ਰਹੀ। ਹੁਣ ਮਹੀਨੇ 2 ਦੀ ਸੰਗਤ ਖੁੱਲਣ ਕਰਕੇ ਸਾਡਾ ਥੋੜਾ ਜਿਹਾ ਬੈਲੈਂਸ ਠੀਕ ਹੋਣ ਲੱਗਾ, ਨਹੀਂ ਤੇ ਅਸੀਂ ਬਹੁਤ ਪਿੱਛੇ ਔਖੇ ਰਹੇ। ਤੁਸੀਂ ਗੱਲ ਕੀਤੀ ਅੱਜ, ਇੱਕ ਤੁਸੀਂ ਸਰਕਾਰ 'ਚ ਵੀ ਤੁਸੀਂ ਇਹ ਸੋਚਦੇ ਜਿਵੇਂ ਲੋਕ ਤੁਸੀਂ ਕਿਹਾ ਸਟੇਟ ਗਵਰਨਮੈਂਟ ਨੂੰ ਕਿਸਾਨਾਂ ਦੀ ਬਾਂਹ ਫੜ ਲੈਣੀ ਚਾਹੀਦੀ, ਉਹਨਾਂ ਨੂੰ ਅੰਦੋਲਨ ਦੀ ਜ਼ਰੂਰਤ ਨਹੀਂ। ਮੈਂ ਤੇ ਜੀ ਵਾਰ-ਵਾਰ ਕਹਿੰਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਨੂੰ ਸਮਰਪਿਤ ਕਰਕੇ ਇਹਨਾਂ ਨੂੰ ਨਮਸਕਾਰ ਕਰ ਦੇਣੀ ਚਾਹੀਦੀ ਹੈ ਵੀ ਜੋ ਮਨਹਾਲੀ ਕਿਰਸਾਨੀ ਕਰਨੀ, ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕਿਰਸਾਨੀ ਦਿੱਤੀ ਸੀ, ਉਹਦੀ ਅੱਜ ਗੁਰੂ ਪਾਤਸ਼ਾਹ ਨੂੰ ਸ਼ਰਧਾ ਹੀ ਭੇਟ ਕਰ ਦੇਣ ਕਿ ਇਸ ਦਿਹਾੜੇ ਨੂੰ ਰੱਖ ਕੇ ਤੇ ਸਰਕਾਰ ਜਿਹੜੀ ਹੈ ਇਹਦਾ ਕਿਸਾਨੀ ਅੰਦੋਲਨ ਨੂੰ ਹੱਲ ਕਰ ਦੇਵੇ। ਜੀ ਤੁਸੀਂ ਗੱਲ ਕੀਤੀ ਵਿੱਤੀ ਸੰਕਟ ਦੀ, ਕੀ ਵਿੱਤੀ ਸੰਕਟ ਦਾ ਅਸਰ ਅਗਲੇ ਬਜਟ ਤੇ ਦਿਖੇਗਾ? ਜੀ ਇਸ ਵਿੱਤੀ ਸੰਕਟ ਦਾ ਅਸਰ ਬਜਟ ਤੇ ਦਿਖੇਗਾ? ਦੇਖੋ ਆਉਣ ਵਾਲੇ ਸਮੇਂ 'ਚ ਹਾਲਾਤ ਕੀ ਰਹਿੰਦੇ ਆ, ਇੱਕ ਗੱਲ ਤੇ ਚੇਤਾ ਰੱਖੋ, ਪਿੱਛੇ ਕੀ ਆਇਆ, ਕਿੰਨਾ ਖਰਚ ਹੋਇਆ। ਖਰਚ ਤੇ ਘਟ ਨਹੀਂ ਸਕਦੇ, ਕਦੀ ਗੁਰਦੁਆਰੇ ਦੇ ਖਰਚ ਨਹੀਂ ਕੱਢ ਸਕਦੇ, ਕਦੀ ਮੁਲਾਜ਼ਮਾਂ ਦਾ ਖਰਚ ਨਹੀਂ ਕੱਢ ਸਕਦਾ। ਸਕੂਲਾਂ ਕਾਲਜਾਂ ਨੂੰ ਤਨਖਾਹ ਵੀ ਦੇਣੀ ਪਈ ਹੈ, ਮੁਲਾਜ਼ਮਾਂ ਨੂੰ ਵੀ ਤਨਖਾਹ ਦੇਣੀ ਪਈ ਹੈ, ਲੰਗਰ ਵੀ ਚਲਾਉਣੇ ਪੈਂਦੇ ਹੈ। ਆਇਆ ਕੀ ਹੈ ਉਹ ਵੀ ਪੂਰਾ ਦੱਸਿਆ ਜਾਊਗਾ ਕਿ ਆਇਆ ਕੀ ਹੈ। ਨੰਬਰ 2, ਆਉਣ ਵਾਲੇ ਸਮੇਂ 'ਚ ਹਾਲਾਤ ਕਿੱਦਾਂ ਦੇ ਹੈ। ਦੇਖੋ ਹਾਲਾਤ ਵੇਖ ਕੇ ਹੀ ਕਿ ਪਿਛਲੇ ਸਮੇਂ 'ਚ ਅਸੀਂ ਫਿਰ ਪਿਛਲਾ ਜਿਹੜਾ ਸਾਲ ਹੈ ਅਸੀਂ ਉਹਨੂੰ ਵੇਖ ਕੇ ਫਿਰ ਬਜਟ ਤਿਆਰ ਕਰਦੇ ਹਾਂ ਕਿ ਜੇ ਹਾਲਾਤ ਠੀਕ ਹੋ ਜਾਣ ਤੇ ਆਉਣ ਵਾਲਾ ਲਿਖਿਆ ਤੇ ਇਹੀ ਜਾਂਦਾ ਵੀ ਇੰਨਾ ਐਸਟੀਮੇਟ ਹੁਣ ਪਿੱਛੇ ਨਹੀਂ। ਮੰਨ ਲਓ ਅਸੀਂ ਲਿਖਿਆ ਸੀਗਾ ਕਿ ਸਾਡਾ ਧਰਮ ਪ੍ਰਚਾਰ ਦਾ 95 ਕਰੋੜ ਆਏਗਾ, ਨਹੀਂ ਆ ਸਕਿਆ ਕਿਉਂਕਿ ਗੁਰਦੁਆਰਿਆਂ 'ਚ ਆਮਦਨ ਨਹੀਂ ਆਈ, ਫੰਡ ਨਹੀਂ ਜਮ੍ਹਾਂ ਹੋਇਆ। ਲੈਣਾ ਅਸੀਂ ਗੁਰਦੁਆਰਿਆਂ 'ਚ ਹੁੰਦਾ, ਜੇ ਗੁਰਦੁਆਰਿਆਂ 'ਚ ਆਮਦਨ ਨਹੀਂ ਆਈ ਤਾਂ ਕਲੈਕਟ ਨਹੀਂ ਹੋ ਸਕਿਆ। ਜਦੋਂ ਨਹੀਂ ਆਏਗਾ ਤੇ ਸਾਡੇ ਕੋਲ ਵਾਪਸ ਨਹੀਂ ਆਏਗੀ ਆਮਦਨ। ਸੋ ਇਸ ਤਰ੍ਹਾਂ ਅਸੀਂ ਐਸਟੀਮੇਟ ਲਾ ਰਹੇ ਹਾਂ ਵੀ ਅੱਗੋਂ ਸਾਨੂੰ ਕਿੰਨੀ ਆਸ ਹੈ। ਉਹ ਆਸ ਹੁੰਦੀ ਹੈ, ਬਜਟ ਦਾ ਮਤਲਬ ਹੁੰਦਾ ਆਸ। ਸਮਾਂ ਠੀਕ ਹੋ ਗਿਆ ਤੇ ਆਸ ਪੂਰੀ ਹੋ ਗਈ, ਵੱਧ ਵੀ ਸਕਦੀ ਹੈ। ਸਮਾਂ ਨਾ ਰਿਲਾਇਬਲ ਰਿਹਾ ਤੇ ਆਸ ਘਟ ਵੀ ਸਕਦੀ ਹੈ। ਬਜਟ ਬਾਰੇ ਜਿਹੜਾ ਤੁਸੀਂ ਕਿਹਾ ਵਾ ਵੀ ਮੈਂਬਰਾਂ ਨੂੰ ਪਹਿਲਾਂ ਹੀ ਉਹਦੀਆਂ ਕਾਪੀਆਂ ਭੇਜ ਦਿੱਤੀਆਂ ਜਾਣਗੀਆਂ, ਤਾਂ ਮਤਲਬ ਬਜਟ ਇਜਲਾਸ ਵਾਲੇ ਦਿਨ ਫਿਰ ਜ਼ਿਆਦਾ ਲੰਬਾ ਨਹੀਂ ਚੱਲੇਗਾ ਕਿ ਬੋਲਣ ਦਾ? ਮੈਂ ਮੈਂਬਰਾਂ ਨੂੰ ਕਿਹਾ ਜੀ ਕਿ 2 ਦਿਨ ਮੈਂ ਤੁਹਾਡੀਆਂ ਮੀਟਿੰਗਾਂ ਕੀਤੀਆਂ, ਇੱਕ 11 ਨੂੰ ਇੱਕ 13 ਨੂੰ। ਜੋ ਤੁਸੀਂ ਸੁਝਾਅ ਦੇਣਾ ਚਾਹੁੰਦੇ ਆ, ਜੋ ਤੁਸੀਂ ਸੋਧਾਂ, ਜੋ ਤੁਸੀਂ ਤਰੀਕੇ ਨਾਲ ਕੋਈ ਸੋਚ ਦੱਸਣਾ ਚਾਹੁੰਦੇ ਆ ਤੇ ਆਪਣੀ ਖੁੱਲ੍ਹ ਕੇ ਗੱਲ ਕਰੋ, ਆਜ਼ਾਦੀ ਹੈ ਤੁਹਾਨੂੰ। ਜੇ ਮੈਂਬਰ ਸਾਹਿਬ ਕਹਿਣਗੇ ਬਜਟ ਦੇ ਸੰਬੰਧ 'ਚ, ਦੇਖੋ ਐਵੇਂ ਪੋਲੀਟੀਕਲੀ ਅਸੀਂ ਰੌਲਾ ਪਾਈ ਜਾਈਏ, ਪੋਲੀਟੀਕਲੀ ਲੜੀ ਜਾਈਏ, ਉਹ ਤਾਂ ਟਾਈਮ ਵੇਸਟੇਜ ਆਫ ਟਾਈਮ ਹੈ। ਮੈਨੂੰ ਇਹ ਕਹਿਣ 4 ਘੰਟੇ, ਮੈਨੂੰ ਕਹਿਣ 6 ਘੰਟੇ, ਮੈਨੂੰ ਕਹਿਣ 10 ਘੰਟੇ, ਜਿੰਨੀ ਚਿਰ ਬਜਟ ਉੱਤੇ ਬੋਲੇ ਜਾ ਸਕਣ ਬੋਲਣ, ਖੁੱਲੀ ਛੁੱਟੀ ਹੋਏਗੀ। ਲੇਕਿਨ ਜੇ ਐਵੇਂ ਵੀ ਬੋਲੀ ਜਾਈਏ ਉਹਦਾ ਫਾਇਦਾ ਕੋਈ ਪਰ ਕੀ ਉਹਨਾਂ ਨੂੰ ਬਜਟ ਕਾਪੀ ਪਹਿਲਾਂ ਮਿਲ ਜਾਏਗੀ 11 ਤੋਂ 13? ਬਜਟ ਪਹਿਲਾਂ ਭੇਜਣੀ ਹੁੰਦੀ ਹੈ ਜੀ, ਭੇਜ ਦੀ 11 ਤੋਂ 13 ਤੋਂ ਪਹਿਲਾਂ ਮਿਲ ਜਾਏਗੀ। ਮੈਂ ਕਿਹਾ ਜੀ ਉਦੋਂ ਭੇਜ ਦਈਦੀ ਹੈ ਔਰ ਸਾਡੇ ਕੋਲ ਜਾਂਦਾ ਬਕਾਇਦਾ 30 ਮਾਰਚ ਤੋਂ ਪਹਿਲਾਂ ਉਹਨਾਂ ਕੋਲ ਚੱਲ ਜਾਣੀ ਹੈ। ਇੱਕ ਦਿਨ ਪਹਿਲਾਂ ਪੜ੍ਹ ਕੇ, ਜਿਨ੍ਹਾਂ ਨੇ ਪੜ੍ਹਨੀ ਹੈ ਜੀ ਉਹਨਾਂ ਨੇ ਪੜ੍ਹਨੀ ਹੈ, ਜਿਹੜਾ ਨਹੀਂ ਪੜ੍ਹਨੀ ਉਹ ਬੰਡਲ ਉੱਦਾਂ ਹੀ ਚੁੱਕ ਕੇ ਲਿਆਉਂਦੇ ਜੀ। ਇੱਕ ਦਿਨ ਚ ਕੀ ਸੁਝਾਅ ਦੇਣਗੇ ਜੀ ਬੰਦਾ ਪੜ੍ਹੇਗਾ? ਕੋਵਿਡ ਦਾ ਕੋਈ ਕਿਸ ਤਰ੍ਹਾਂ ਜਿਵੇਂ ਵਿਧਾਨ ਸਭਾ ਦੇ ਵਿੱਚ ਕੋਵਿਡ ਸਾਰੇ ਕਰਾਉਣ 'ਚ ਹੀ, ਉਹ ਤੇ ਸਾਰਿਆਂ ਲਈ ਲਾਗੂ ਹੋ ਗਿਆ, ਮੇਰੇ ਲਈ ਵੀ ਲਾਗੂ। ਮੈਂ ਵੀ ਕੱਲ ਪਰਸੋਂ ਨੂੰ ਕਰਾਉਣਾ, ਥੋੜਾ ਜ਼ੁਕਾਮ ਜਿਹਾ, ਮੈਂ ਕਿਹਾ ਠਹਿਰ ਕੇ ਕਰਾ ਲੈਂਦੇ। 400 ਸਾਲਾਂ ਦੇ ਸਮਝਾ ਦੇ ਕੋਈ ਬੰਗਲਾਦੇਸ਼ 'ਚ ਵੀ ਕੋਈ ਸਮਝਾ ਦੇ ਕੋਈ ਡਰਾਉਂਦੇ ਨੇ ਸਾਰਿਆਂ ਨੂੰ। ਨਹੀਂ ਮੈਂ ਤੇ ਕਰਨਾ ਜੀ। ਅਸੀਂ ਤੇ ਮੈਂ ਤੇ ਦੇਖੋ ਜੀ, ਹਰਿਆਣੇ ਦੇ ਪ੍ਰਿੰਸੀਪਲ ਨੇ ਮੈਨੂੰ ਫੋਨ ਕੀਤਾ ਕਿ ਬੀਬੀ ਜੀ 250 ਰੁਪਇਆ ਫੀਸ ਲੱਗਦੀ ਹੈ, ਮੈਨੂੰ ਦੱਸੋ। ਮੈਂ ਕਿਹਾ ਤੂੰ 200 ਕਰ ਦੇ, 50 ਛੱਡ ਦੇ। ਫਿਰ ਮੈਂ ਕਿਹਾ ਸਾਰੇ ਮੁਲਾਜ਼ਮਾਂ ਦਾ ਤੇ ਮੈਂਬਰਾਂ ਦਾ ਫ੍ਰੀ ਕਰ ਦੇ।
ਇੱਥੇ ਵੀ ਜੇ ਮੈਨੂੰ ਕਹਿਣ ਮੈਂ ਟਰਸਟ ਦੇ ਪ੍ਰਿੰਸੀਪਲ ਨਾਲ ਕਰਾਂਗੀ, ਜੇ ਉਹ ਕਰੇਗਾ ਤਾਂ ਮੈਂ ਕਹਿੰਦੀ ਮੈਂ ਤਾਂ ਸਾਰਾ ਫ੍ਰੀ ਕਰ ਦੂੰ, ਸਾਰੇ ਨੂੰ ਕਰ ਦੋ। ਕਿਉਂਕਿ ਜੇ ਦੇ ਸਕਦੇ ਆ ਕੋਈ ਦੇ ਦੇਣ, ਜੇ ਕੋਈ ਮੁਲਾਜ਼ਮ ਨਹੀਂ ਵੀ ਦੇ ਸਕਦਾ 250 ਹੈ ਕੁਛ ਨਹੀਂ ਹੁੰਦਾ 200 ਰੁਪਇਆ, ਪਰ ਚਲੋ ਜੇ ਕੋਈ ਦੇ ਹੋਵੇ ਵੀ ਤੇ ਕੋਈ ਐਸੀ ਗੱਲ ਨਹੀਂ ਹੁੰਦੀ। ਬਾਕੀ ਦੇਖੋ ਇਹ ਚੀਜ਼ਾਂ ਜਿਹੜੀਆਂ ਗੱਲਾਂ ਕੁਛ ਨਹੀਂ ਹੁੰਦੀਆਂ, ਸਿਸਟਮ 'ਚ ਹੀ ਚੱਲਣਾ ਸਾਰਿਆਂ ਨੇ, ਸਿਸਟਮ 'ਚ ਹੀ। ਗੁਰੂ ਤੇਗ ਬਹਾਦਰ ਸਾਹਿਬ ਦੇ ਬੰਗਲਾਦੇਸ਼ 'ਚ ਵੀ ਬਹੁਤ ਗੁਰਦੁਆਰਾ ਸਾਹਿਬ ਨੇ ਜੀ, ਉੱਥੇ ਵੀ ਕੋਈ ਜਾ ਰਹੇ ਹਾਂ ਜੀ, ਜਾ ਰਹੇ ਅਸੀਂ ਬੰਗਲਾਦੇਸ਼। ਬਣਾਵਾਂਗੇ ਜੀ ਉੱਥੇ ਵੀ। ਬੰਗਲਾਦੇਸ਼ ਵੀ ਬਣਾਇਆ ਹੋਇਆ, ਸਿੰਘ ਸਾਹਿਬ ਵੀ ਜਾ ਰਹੇ ਆ।